ਨਾ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ, ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰਿਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਨਿਰੰਜਨੀ ਜੋਤ ਜਾਹਰ ਪੀਰ ਜਗਤ ਗੁਰ ਬਾਬਾ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਮਹਾਨ ਪਾਵਣੀ ਅਸਥਾਨ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਜੀ ਮਹਾਰਾਜ ਜੀ ਦੇ ਪਾਵਣੀ ਅਸਥਾਨ 'ਤੇ ਗੁਰੂ ਕੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਗੁਰਬਾਣੀ ਦੇ ਨਿਤਨੇਮ ਆਸਾ ਕੀ ਵਾਰ ਦਾ ਸੰਪੂਰਨ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਇਆ ਹੈ। ਔਰ ਲੜੀਵਾਰ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਜੋ ਪਾਵਨ ਕਥਾ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਚੱਲ ਰਹੀ ਹੈ। ਗੌੜੀ ਰਾਗ ਦੀ ਭਗਤ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦਾ ਪਾਵਨ ਪਵਿੱਤਰ ਸ਼ਬਦ ਬਹੁਤ ਹੀ ਸਤਿਕਾਰਯੋਗ ਗੁਰੂ ਬਾਬਾ ਜੀ ਦੇ ਦਰ ਦੇ ਗ੍ਰੰਥੀ ਸਾਹਿਬਾਨ ਤਿੰਨਾਂ ਦੀ ਰਸਨਾ ਤੋਂ ਗੁਰੂ ਕੀਆਂ ਸੰਗਤਾਂ ਨੇ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਮਹਾਰਾਜ ਸਾਹਿਬ ਜੀ ਦੇ ਪਾਵਨ ਸ਼ਬਦ ਦੇ ਨਾਲ ਜੁੜਨ ਤੋਂ ਪਹਿਲਾਂ ਸਰਬੱਤ ਗੁਰੂ ਕੀ ਸੰਗਤ ਗੁਰੂ ਕੀ ਫਤਿਹ ਬੁਲਾਈਏ। ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੌਹਾਂ ਚੱਕਾਂ ਦੇ ਵਿੱਚ ਨੌਵਾਂ ਖੰਡਾਂ ਦੇ ਵਿੱਚ ਸਾਰੀ ਧਰਤੀ 'ਤੇ ਸਭ ਪ੍ਰਿਥਵੀ 'ਤੇ ਵਿਚਰ ਕਰਕੇ ਸੰਸਾਰ ਨੂੰ ਉਪਦੇਸ਼ ਦਿੱਤਾ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਪਾਵਨ ਪ੍ਰਕਾਸ਼ ਧਾਰਿਆ। ਬਿਕਰਮੀ ਸੰਮਤ 1526 ਕੱਤਕ ਮਹੀਨੇ ਦੀ ਪੂਰਨਮਾਸ਼ੀ ਈਸਵੀ ਸੰਨ 1469 ਨੂੰ ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ, ਤਿੰਨਾਂ ਦੇ ਗ੍ਰਹਿ ਵਿਖੇ ਬੇਦੀ ਕੁਲ ਦੇ ਅੰਦਰ ਤਿੰਨ ਬੇਦੀਆਂ ਕੀ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦਾਏ ਜਹ ਤਹ ਭਏ ਸਹਾਏ। ਬਚਪਨ ਦੇ 15 ਸਾਲ ਮਹਾਰਾਜ ਸਾਹਿਬ ਜੀ ਨੇ ਨਨਕਾਣਾ ਸਾਹਿਬ ਦੀ ਧਰਤੀ 'ਤੇ ਭਾਗ ਲਾਏ। 1526 ਬਿਕਰਮੀ ਸੰਮਤ ਤੋਂ ਲੈ ਕਰਕੇ 1541 ਬਿਕਰਮੀ ਸੰਮਤ ਤੱਕ ਬਚਪਨ ਦੇ ਵਿੱਚ ਬੇਅੰਤ ਜੀਵਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਦੇ ਕੇ ਜੀਵਾਂ ਦੀ ਕਲਿਆਣ ਕੀਤੀ। ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਧਰਤੀ 'ਤੇ ਦੌਲਤਾਂ ਦਾਈ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਵੇਖ ਕੇ ਨਿਹਾਲ ਹੋਈ। ਪੰਡਤ ਹਰਦਿਆਲ ਸਮੇਂ ਦੇ ਨਾਲ ਗੋਪਾਲ ਪਾਂਧਾ, ਬ੍ਰਿਜ ਲਾਲ ਪੰਡਤ, ਮੌਲਵੀ ਕੁਤਬਦੀਨ, ਵੈਦ ਹਰਦਾਸ ਬੇਅੰਤ ਜੀਵਾਂ ਦਾ ਉਧਾਰ ਮਹਾਰਾਜ ਸਾਹਿਬ ਜੀ ਨੇ ਕੀਤਾ। ਸਮੇਂ ਦੇ ਨਾਲ ਗੁਰੂ ਸਾਹਿਬ ਜੀ ਦੇ ਵੱਡੇ ਭੈਣ ਜੀ ਧੰਨ ਧੰਨ ਬੇਬੇ ਨਾਨਕੀ ਜੀ, ਜਿਨ੍ਹਾਂ ਦਾ ਰਿਸ਼ਤਾ ਰਾਏ ਬੁਲਾਰ ਜੀ ਨੇ ਕਰਵਾਇਆ, ਅਤੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਬੇਬੇ ਨਾਨਕੀ ਜੀ ਦਾ ਵਿਆਹ ਹੋਣਾ ਭਾਈ ਜੈ ਰਾਮ ਜੀ ਦੇ ਨਾਲ, ਜੋ ਬਾਬਾ ਪਰਮਾਨੰਦ ਜੀ ਦੇ ਸਪੁੱਤਰ ਸਨ। ਭਾਈ ਜੈ ਰਾਮ ਜੀ ਅਤੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਾਧ ਸੰਗਤ ਜੀ ਨਵਾਬ ਦੌਲਤ ਖਾਂ ਲੋਧੀ ਦੇ ਪਾਸ ਸਰਕਾਰੀ ਨੌਕਰੀ ਕਰਿਆ ਕਰਦੇ ਸਨ। ਬੇਬੇ ਜੀ ਨੇ ਸੁਲਤਾਨਪੁਰ ਆ ਜਾਣਾ। ਧੰਨ ਧੰਨ ਬੇਬੇ ਨਾਨਕੀ ਜੀ
ਉਹਨਾਂ ਦੀ ਬੇਨਤੀ ਮੰਨ ਕੇ ਤੇ ਰਾਏ ਬੁਲਾਰ ਜੀ ਦੇ ਬੇਨਤੀ ਕਰਨ ਤੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਬਿਕਰਮੀ ਸੰਮਤ 1541 ਨੂੰ 15 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਣਾ। 16 ਸਾਲ ਦੀ ਸਰੀਰ ਕਾਰਬਲਾ ਵਿੱਚ 1542 ਨੂੰ ਮਹਾਰਾਜ ਸਾਹਿਬ ਜੀ ਨੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖਾਨਾ ਕਰਨਾ ਤੇ ਸਤਿਗੁਰੂ ਜੀ ਨੇ ਫਿਰ 13 ਕਹਿ ਕੇ ਸਭ ਦੀਆਂ ਝੋਲੀਆਂ ਭਰਨੀਆਂ। ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਦੇ ਬਚਪਨ ਦੇ ਸਾਥੀ ਹਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਮੋਦੀਖਾਨੇ ਦੇ ਵਿੱਚ ਬੈਠ ਕੇ ਮੋਦੀਖਾਨੇ ਦੀ ਕਾਰ ਭਾਈ ਬਾਲਾ ਜੀ ਵੀ ਨਾਲ ਕਰਦੇ, ਉਹ ਰਸਤਾ ਫੜਾਇਆ ਕਰਦੇ ਤੇ ਗੁਰੂ ਜੀ ਤੋਲ ਕੇ ਸਭ ਜੀਵਾਂ ਨੂੰ ਸੌਦਾ ਦਿਆ ਕਰਦੇ। 1 ਸਾਲ ਹੋਇਆ ਸੀ ਮਹਾਰਾਜ ਸਾਹਿਬ ਜੀ ਨੂੰ ਮੋਦੀਖਾਨਾ ਕਰਦਿਆਂ, ਜਦੋਂ ਜਗਤ ਗੁਰੂ ਜੀ ਦੀ ਸਰੀਰ ਕਾਰਬਲਾ ਹੋਈ ਹੈ 17 ਸਾਲਾਂ ਦੀ ਬਿਕਰਮੀ ਸੰਮਤ 1543 ਦੇ ਵਿੱਚ, ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਫਿਰ ਰਿਸ਼ਤਾ ਆਉਣਾ। ਪੱਖੋ ਕੇ ਰੰਧਾਵਿਆਂ ਦੇ ਪਟਵਾਰੀ ਬਾਬਾ ਮੂਲ ਚੰਦ ਜੀ, ਮਾਤਾ ਚੰਦੋ ਰਾਣੀ ਜੀ, ਤਿੰਨਾਂ ਦੇ ਸਪੁੱਤਰੀ ਧੰਨ ਮਾਤਾ ਸੁਲੱਖਣੀ ਜੀ ਦਾ ਇਹ ਰਿਸ਼ਤਾ ਬੇਬੇ ਨਾਨਕੀ ਜੀ ਅਤੇ ਭਾਈਆ ਜੈ ਰਾਮ ਜੀ ਨੇ ਪ੍ਰਵਾਨ ਕਰਨਾ। ਗੁਰੂ ਜੀ ਦਾ ਮੰਗਣਾ ਹੋਣਾ, ਅਗਲੇ ਸਾਲ ਵਿਆਹ ਦਾ ਦਿਨ ਜਿਹੜਾ ਸੀ ਉਹ ਪੱਕਾ ਕੀਤਾ ਜਾਣਾ। ਬਿਕਰਮੀ ਸੰਮਤ 1544 ਨੂੰ ਸੁਲਤਾਨਪੁਰ ਲੋਧੀ ਦੀ ਧਰਤੀ, ਗੁਰੂ ਕਾ ਬਾਗ ਸਾਹਿਬ ਵਾਲਾ ਪਵਿੱਤਰ ਸਥਾਨ, ਜਿੱਥੇ ਧੰਨ ਧੰਨ ਬੇਬੇ ਨਾਨਕੀ ਜੀ, ਭਾਈਆ ਜੈ ਰਾਮ ਜੀ ਤੇ ਸਤਿਗੁਰੂ ਜੀ ਦਾ ਘਰ, ਉਸ ਥਾਂ ਤੋਂ ਮਹਾਰਾਜ ਸਾਹਿਬ ਜੀ ਦੀ ਬਰਾਤ ਚੜ੍ਹਨੀ ਤੇ ਬਟਾਲੇ ਦੀ ਧਰਤੀ ਤੇ ਜਾਣੀ। 18 ਸਾਲ ਦੀ ਉਮਰ ਵਿੱਚ ਗੁਰੂ ਜੀ ਦਾ ਆਨੰਦ ਕਾਰਜ ਵਿਆਹ ਹੋਣਾ ਧੰਨ ਮਾਤਾ ਸੁਲੱਖਣੀ ਜੀ ਦੇ ਨਾਲ। ਔਰ ਫਿਰ ਸਮੇਂ ਦੇ ਨਾਲ ਵਿਆਹ ਤੋਂ 7 ਸਾਲ ਬਾਅਦ ਗੁਰੂ ਕੇ ਬਾਗ ਸਾਹਿਬ ਵਾਲੇ ਅਸਥਾਨ 'ਤੇ ਹੀ ਜਗਤ ਗੁਰੂ ਜੀ ਦੇ ਘਰ ਦੇ ਵਿੱਚ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਣਾ ਧੰਨ ਧੰਨ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ 1551 ਬਿਕਰਮੀ ਸੰਮਤ ਨੂੰ। ਉਹਨਾਂ ਤੋਂ 2 ਸਾਲ ਬਾਅਦ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਲਖਮੀ ਦਾਸ ਸਾਹਿਬ ਜੀ ਪ੍ਰਗਟ ਹੋਣੇ 1553 ਬਿਕਰਮੀ ਸੰਮਤ ਨੂੰ। ਜਦੋਂ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ, ਜਗਤ ਗੁਰੂ ਜੀ ਦੀ ਸਰੀਰ ਕਾਰਬਲਾ 25 ਵਰ੍ਹਿਆਂ ਦੀ ਹੈ। ਜਿਸ ਵੇਲੇ ਬਾਬਾ ਲਖਮੀ ਦਾਸ ਸਾਹਿਬ ਜੀ ਦਾ ਜਨਮ ਹੋਇਆ, ਜਗਤ ਗੁਰੂ ਜੀ ਦੀ ਸਰੀਰ ਕਾਰਬਲਾ 27 ਵਰ੍ਹਿਆਂ ਦੀ ਹੈ। ਔਰ ਉਸ ਤੋਂ 1 ਸਾਲ ਬਾਅਦ ਬਿਕਰਮੀ ਸੰਮਤ 1554 ਨੂੰ ਮਹਾਰਾਜ ਸਾਹਿਬ ਜੀ ਨੇ ਫਿਰ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਮੋਦੀਖਾਨਾ ਤਿਆਗਿਆ ਤੇ ਪਹਿਲੀ ਉਦਾਸੀ ਮਹਾਰਾਜ ਸਾਹਿਬ ਜੀ ਨੇ ਆਰੰਭ ਕੀਤੀ। ਕਿਉਂਕਿ ਜੋ ਇਹ ਪਵਿੱਤਰ ਸਥਾਨ ਹੈ ਦਿੱਲੀ ਦੇ ਵਿੱਚ ਗੁਰਦੁਆਰਾ ਨਾਨਕ ਪਿਆਓ ਸਾਹਿਬ, ਇਹਦਾ ਸੰਬੰਧ ਜਗਤ ਗੁਰੂ ਜੀ ਦੀ ਪਹਿਲੀ ਉਦਾਸੀ ਦੇ ਨਾਲ ਹੈ। ਮਹਾਰਾਜ ਸਾਹਿਬ ਜੀ ਨੇ 28 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਪਹਿਲੀ ਉਦਾਸੀ ਆਰੰਭ ਕੀਤੀ ਹੈ, ਪੂਰਬ ਦੀ ਉਦਾਸੀ। ਔਰ ਉਸ ਮੌਕੇ 'ਤੇ ਮਹਾਰਾਜ ਸਾਹਿਬ ਜੀ ਇੱਥੇ ਵੀ ਆਏ। ਇਹ ਪਹਿਲੀ ਉਦਾਸੀ ਆਰੰਭ ਕਰਨ ਤੋਂ ਜਿਹੜਾ ਪਹਿਲਾ ਸਮਾਂ ਮਹਾਰਾਜ ਸਾਹਿਬ ਜੀ ਦਾ ਹੈ, 15 ਸਾਲ ਦੀ ਸਰੀਰ ਕਾਰਬਲਾ ਤੋਂ ਲੈ ਕੇ 28 ਸਾਲ ਦੀ ਸਰੀਰ ਕਾਰਬਲਾ ਤੱਕ, ਇਹ ਜਗਤ ਗੁਰੂ ਮਹਾਰਾਜ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਭਾਗ ਲਾਏ, ਜਿੱਥੇ ਮਹਾਰਾਜ ਸਾਹਿਬ ਜੀ ਨੇ ਹਰ ਰੋਜ਼ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਮੋਦੀਖਾਨੇ ਵਿੱਚੋਂ ਜਾਣਾ ਤੇ ਵੇਈ ਨਦੀ ਦੇ ਕੰਢੇ 'ਤੇ ਮਹਾਰਾਜ ਸਾਹਿਬ ਜੀ ਨੇ ਪਹੁੰਚ ਕੇ ਅੰਮ੍ਰਿਤ ਵੇਲੇ ਦਾਤਨ ਕਰਨੀ ਤੇ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨਾ। ਉਹਦੇ ਕੰਢੇ ਦੇ ਉੱਤੇ ਚੌਂਕੜਾ ਲਾ ਕੇ ਆਪਣੇ ਧਿਆਨ ਵਿੱਚ ਲੀਨ ਹੋਣਾ। ਜਿੱਥੇ ਰੋਜ਼ ਮਹਾਰਾਜ ਜੀ ਦਾਤਨ ਕਰਿਆ ਕਰਦੇ ਸਨ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਦੇ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਇੱਕ ਦਿਨ ਭਾਈ ਭਗੀਰਥ ਜੀ ਮਲਸੀਆਂ ਦੇ ਚੌਧਰੀ, ਉਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਰੀ ਦੀ ਦਾਤਨ ਭੇਟ ਕੀਤੀ। ਸਤਿਗੁਰੂ ਜੀ ਨੇ ਦਾਤਨ ਕਰਕੇ ਉੱਥੇ ਗੱਡੀ ਤੇ ਵੇਈ ਨਦੀ ਦੇ ਕੰਢੇ 'ਤੇ ਉਹ ਬੇਰ ਸਾਹਿਬ ਅਸਥਾਨ ਸੋਭਨੀਕ ਹੈ, ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਅਸਥਾਨ, ਜਿੱਥੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਉਹ ਬੇਰੀ ਦੀ ਦਾਤਨ ਲਾਈ। ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ, ਗਾਡ ਦਈ ਧਰ ਹੋਤ ਭਇਓ ਤਾਰ, ਹੈ ਅਬ ਲਓ ਬਾਰ ਸੋ ਬਦਰੀ। ਭਾਈ ਸੰਤੋਖ ਸਿੰਘ ਜੀ ਨੇ ਇਹ 17 ਇਤਿਹਾਸ ਦੇ ਵਿੱਚ ਅੰਕਿਤ ਕੀਤੀਆਂ ਹਨ।
ਕਿ ਮਹਾਰਾਜ ਸਾਹਿਬ ਜੀ ਨੇ ਜੋ ਬੇਰੀ ਦੀ ਦਾਤਨ ਲਾਈ ਉਹ ਅੱਜ ਤੀਕ ਵੀ ਸੋਭਨੀਕ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਸੰਗਤਾਂ ਦਰਸ਼ਨ ਕਰਦੀਆਂ। ਔਰ ਉੱਥੇ ਹੀ ਮਹਾਰਾਜ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਆ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਹੋਰ ਵੀ ਬੇਅੰਤ ਮਹਾਰਾਜ ਸਾਹਿਬ ਜੀ ਦੇ ਅਸਥਾਨ ਸੁਲਤਾਨਪੁਰ ਸਾਹਿਬ ਸੋਭਨੀਕ ਹਨ। 28 ਸਾਲ ਦੀ ਸਰੀਰ ਕਾਰਬਲਾ 'ਚ ਮਹਾਰਾਜ ਸਾਹਿਬ ਜੀ ਪਹਿਲੀ ਉਦਾਸੀ 1554 ਬਿਕਰਮੀ ਸੰਮਤ ਨੂੰ ਆਰੰਭ ਕਰਦੇ ਆ ਅਤੇ ਵੱਖ-ਵੱਖ ਥਾਵਾਂ 'ਤੇ ਹੁੰਦਿਆਂ ਹੋਏ ਆ ਇੱਥੇ ਦਿੱਲੀ ਵਿੱਚ ਮਹਾਰਾਜ ਸਾਹਿਬ ਜੀ ਆਉਂਦੇ ਆ। ਔਰ ਜੋ ਇਸ ਸਥਾਨ 'ਤੇ ਵੀ ਇਤਿਹਾਸ ਲਿਖਿਆ ਹੋਇਆ ਹੈ ਬਾਹਰ ਬੋਰਡ ਦੇ ਉੱਤੇ, ਪਹਿਲੀ ਵਾਰੀ ਇਸ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਔਰ ਇਤਿਹਾਸ ਦੇ ਵਿੱਚ ਜਗਤ ਗੁਰੂ ਜੀ ਦਾ ਜਦੋਂ ਪਵਿੱਤਰ ਇਤਿਹਾਸ ਆਪਾਂ ਪੜ੍ਹਦੇ ਹਾਂ ਤੇ ਸਿਕੰਦਰ ਲੋਧੀ ਦੇ ਸਮੇਂ, ਬਾਦਸ਼ਾਹ ਦੇ ਸਮੇਂ ਮਹਾਰਾਜ ਸਾਹਿਬ ਜੀ ਇੱਥੇ ਆਉਂਦੇ ਆ। ਔਰ ਬਾਗ ਦੇ ਵਿੱਚ ਮਹਾਵਤ ਦਾ ਹਾਥੀ ਮਰਿਆ ਸੀ ਉਹਨਾਂ ਦਿਨਾਂ ਦੇ ਵਿੱਚ। ਹਾਥੀ ਮਰਿਆ ਹੋਇਆ ਤੇ ਹਾਥੀ ਨੂੰ ਜਿਹੜਾ ਚਲਾਉਣ ਵਾਲਾ ਉਹਨੂੰ ਮਹਾਵਤ ਆਖਿਆ ਜਾਂਦਾ ਹੈ। ਅੱਜ ਦੇ ਸ਼ਬਦ ਦੇ ਵਿੱਚ ਵੀ ਹਾਥੀ ਦਾ ਜ਼ਿਕਰ ਆਉਣਾ ਹੈ, ਮਹਾਵਤ ਦਾ ਜ਼ਿਕਰ ਆਉਣਾ ਹੈ। ਜਿਸ ਵੇਲੇ ਉਹ ਹਾਥੀ ਮਰਿਆ ਹੋਇਆ ਤੇ ਮਹਾਵਤ ਪਾਸ ਬੈਠਾ ਰੋ ਰਿਹਾ ਸੀ, ਮਹਾਰਾਜ ਸਾਹਿਬ ਜੀ ਆਏ ਗਰੀਬ ਨਵਾਜ ਸੱਚੇ ਪਾਤਸ਼ਾਹ ਤੇ ਪੁੱਛਿਆ ਕਿ ਭਾਈ ਕਾਹਦੇ ਵਾਸਤੇ ਰੋਣਾ ਹੈ? ਆਖਿਆ ਜੀ ਇਹ ਬਾਦਸ਼ਾਹ ਦਾ ਹਾਥੀ ਹੈ ਤੇ ਹਾਥੀ ਮਰ ਗਿਆ। ਮਹਾਰਾਜ ਕਹਿਣ ਲੱਗੇ ਵੀ ਬਾਦਸ਼ਾਹ ਲੋਕਾਂ ਨੂੰ ਕਿਹੜੀ ਕੋਈ ਕਮੀ ਹੁੰਦੀ, ਕੋਈ ਘਾਟਾ ਹੁੰਦਾ? ਇੱਕ ਹਾਥੀ ਮਰ ਗਿਆ, ਹੋਰ ਕਿੰਨੇ ਹਾਥੀ ਹੋਣਗੇ ਪਾਸ? ਕਹਿਣ ਲੱਗਾ ਜੀ ਬਾਦਸ਼ਾਹ ਨੂੰ ਤਾਂ ਕੋਈ ਘਾਟਾ ਨਹੀਂ, ਪਰ ਮੇਰੀ ਰੋਜੀ ਰੋਟੀ ਇਸ ਹਾਥੀ ਦੇ ਕਰਕੇ ਚੱਲਦੀ ਸੀ। ਮੈਂ ਇਸ ਨੂੰ ਚਲਾਉਣ ਵਾਲਾ ਮਹਾਵਤ ਹਾਂ। ਮੇਰੇ ਪਰਿਵਾਰ ਦੀ ਜਿਹੜੀ ਲੋੜ ਸੀ, ਗੁਜ਼ਾਰਾ ਇਸ ਹਾਥੀ ਦੇ ਕਰਕੇ ਹੁੰਦਾ ਸੀ। ਮੈਂ ਹਾਥੀ ਨੂੰ ਚਲਾਉਣ ਦੀ ਨੌਕਰੀ ਕਰਦਾ ਸਾਂ, ਹਾਥੀ ਦਾ ਮਹਾਵਤ ਸਾਂ, ਹਾਥੀ ਦਾ ਡਰਾਈਵਰ ਸਾਂ। ਅੱਜ ਕੱਲ੍ਹ ਗੱਡੀ ਦਾ ਡਰਾਈਵਰ, ਉਹ ਹਾਥੀ ਨੂੰ ਚਲਾਉਣ ਵਾਲਾ ਮਹਾਵਤ ਆਖਿਆ ਜਾਂਦਾ ਉਹਨੂੰ। ਮਹਾਰਾਜ ਕਹਿਣ ਲੱਗੇ ਵੀ ਬਾਦਸ਼ਾਹ ਲੋਕਾਂ ਕੋਲੇ ਤਾਂ ਹੋਰ ਵੀ ਹਾਥੀ ਬਹੁਤ ਹੁੰਦੇ। ਜਦੋਂ ਉਹਨੇ ਬੇਨਤੀ ਕੀਤੀ ਤੇ ਮਹਾਰਾਜ ਨੇ ਆਖਿਆ ਵੀ ਭਾਈ ਮਰਦਾਨਿਆ ਆ ਜਲ ਦਾ ਛੱਟਾ ਦੇ ਤੇ ਕਹੋ ਸਤਿਨਾਮ ਵਾਹਿਗੁਰੂ। ਜਲ ਦਾ ਛੱਟਾ ਜਿਸ ਵੇਲੇ ਦਿੱਤਾ ਤੇ ਉਸ ਵੇਲੇ ਸਾਧ ਸੰਗਤ ਜੀ ਉਹ ਹਾਥੀ ਜਿਹੜਾ ਸੀ ਉਹ ਜਿਉਂਦਾ ਹੋ ਗਿਆ। ਇੱਥੇ ਮਹਾਰਾਜ ਸਾਹਿਬ ਦੀ ਮਹਿਮਾ ਸਾਰੇ ਦਿੱਲੀ ਦੇ ਵਿੱਚ ਫੈਲੀ ਵੀ ਕੋਈ ਮਹਾਂਪੁਰਖ ਆਏ ਆ 3 ਤੇ ਉਹਨਾਂ ਨੇ ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ ਹੈ। ਤੇ ਜਿਸ ਵੇਲੇ ਇਹ ਸੋਭਾ ਫੈਲੀ ਤੇ ਬਾਦਸ਼ਾਹ ਦਾ ਜਿਹੜਾ ਕਾਜੀ ਸੀ ਉਹ ਵੀ ਨਾਲ ਤੇ ਹੋਰ ਲੋਕ ਵੀ ਇਕੱਠੇ ਹੋ ਕੇ ਵੇਖਣ ਗਏ ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਵੀ ਇਹ ਹਾਥੀ ਤੁਸੀਂ ਜਿਉਂਦਾ ਕੀਤਾ? ਸਤਿਗੁਰੂ ਕਹਿਣ ਲੱਗੇ ਕਿ ਭਾਈ ਇਹ ਤਾਂ ਕਰਤਾਰ ਦੇ ਹੁਕਮ ਦੇ ਵਿੱਚ ਹੀ ਆ, ਸਭ ਕੁਝ ਕਰਤਾਰ ਦੇ ਹੁਕਮ ਦੇ ਨਾਲ ਹੀ ਆ। ਕਹਿਣ ਲੱਗਾ ਵੀ ਜੇ ਤੁਸੀਂ ਜਿਉਂਦਾ ਕੀਤਾ ਤੇ ਫੇਰ ਮਾਰ ਕੇ ਵਿਖਾਓ। ਉਹ ਖਹਿੜੇ ਹੀ ਪੈ ਗਿਆ। ਮਹਾਰਾਜ ਕਹਿਣ ਲੱਗੇ ਕਿ ਭਾਈ ਜੇ ਕਰਤਾਰ ਨੂੰ ਭਾਇਆ ਤੇ ਮਰ ਵੀ ਜਾਵੇਗਾ। ਉਹ ਹਾਥੀ ਫੇਰ ਮਰ ਗਿਆ ਤੇ ਉਹ ਮਹਾਵਤ ਫੇਰ ਰੋਵੇ, ਮਹਾਰਾਜ ਇਹ ਕਾਜੀ ਨੇ ਤਾਂ ਪਰਖ ਕਰ ਲਈ ਹੈ, ਪਰ ਮੇਰੀ ਤਾਂ ਰੋਜੀ ਰੋਟੀ ਚਲੇ ਗਈ। ਸਤਿਗੁਰੂ ਜੀ ਨੇ ਉਹਦੀ ਬੇਨਤੀ ਮੰਨ ਕੇ ਫੇਰ ਹਾਥੀ ਜਿਉਂਦਾ ਕੀਤਾ ਸੀ। ਐਸਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਜੀ। ਫਿਰ ਮਹਾਰਾਜ ਸਾਹਿਬ ਜੀ ਦੇ ਚਰਨੀ ਪਏ, ਸਾਰੇ ਖਿਮਾ ਮੰਗੀ ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਇੱਥੇ ਸਭ ਨੂੰ ਉਪਦੇਸ਼ ਦਿੱਤਾ ਕਿ ਭਾਈ ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ। ਤੇ ਇੱਥੇ ਗਰੀਬ ਨਵਾਜ ਸਾਹਿਬ ਜੀ ਨੇ ਇਹ ਜੋ ਪੁਰਾਣੀ ਖੂਹੀ ਹੈ, ਸੰਗਤਾਂ ਨੂੰ ਜਲ ਛਕਾਉਣ ਦਾ ਪ੍ਰਬੰਧ ਮਹਾਰਾਜ ਸਾਹਿਬ ਜੀ ਨੇ ਕੀਤਾ ਔਰ ਲੰਗਰ ਦਾ ਪ੍ਰਵਾਹ ਚਲਾਇਆ। ਕਿਉਂਕਿ ਲੰਗਰ ਦਾ ਜਿਹੜਾ ਪ੍ਰਵਾਹ ਹੈ ਤਾਂ ਨਨਕਾਣਾ ਸਾਹਿਬ ਦੀ ਧਰਤੀ ਤੋਂ ਹੀ ਮਹਾਰਾਜ ਨੇ ਆਰੰਭ ਕਰ ਦਿੱਤਾ ਸੀ ਨਾ। ਜਦੋਂ ਪਿਤਾ ਜੀ ਨੇ 20 ਰੁਪਈਏ ਦਿੱਤੇ ਸਨ ਤੇ ਆਖਿਆ ਸੀ ਵੀ ਕੋਈ ਖਰਾ ਸੌਦਾ ਕਰੋ, ਸੱਚਾ ਸੌਦਾ ਕਰੋ ਜਿਹਦੇ ਵਿੱਚ ਲਾਭ ਹੋਵੇ। ਤੇ ਮਹਾਰਾਜ ਸਾਹਿਬ ਜੀ ਗਏ ਤੇ ਉਹ ਸੰਤ ਰੇਣ ਜੀ ਦੀ ਮੰਡਲੀ 7 ਦਿਨਾਂ ਦੇ ਭੁੱਖੇ ਸਾਧੂ ਸੀ, ਉਹਨਾਂ ਨੂੰ ਉਹ ਰਸਤ ਬਸਤ ਲਿਆ ਕਰਕੇ ਤੇ ਪ੍ਰਸ਼ਾਦਾ ਪਾਣੀ ਛਕਾਇਆ ਸੀ, ਲੰਗਰ ਚਲਾਇਆ ਸੀ। ਤਾਂ ਸਾਧ ਸੰਗਤ ਜੀ ਉਦੋਂ ਤੋਂ ਗੁਰੂ ਕੇ ਇਹ ਲੰਗਰ ਦੀ ਮਰਿਆਦਾ ਚੱਲੀ। ਇਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ। ਮਹਾਰਾਜ ਜਿੱਥੇ ਗਏ ਉੱਥੇ ਆਖਿਆ ਭਾਈ ਧਰਮਸ਼ਾਲਾ ਬਣਾਓ, ਸਵੇਰੇ ਸ਼ਾਮ ਕਰਤਾਰ ਦੀ ਕੀਰਤੀ ਕਰਿਆ ਕਰੋ, ਧਰਮ ਦੀ ਕਿਰਤ ਕਰੋ ਔਰ ਉਹਦੇ ਵਿੱਚੋਂ ਫਿਰ ਸੰਗਤਾਂ ਨੂੰ, ਲੋੜਵੰਦਾਂ ਨੂੰ ਪ੍ਰਸ਼ਾਦਾ ਪਾਣੀ ਛਕਾਓ, ਵੰਡ ਕੇ ਛਕੋ ਤੇ ਨਾਮ ਜਪੋ। ਇਹ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ, ਗਰੀਬ ਨਵਾਜ ਸਾਹਿਬ ਜੀ ਨੇ।
ਔਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਚੌਹਾਂ ਚੱਕਾਂ ਨੂੰ ਉਪਦੇਸ਼ ਬਖਸ਼ਿਆ। ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜੋ ਅੱਜ ਦਾ ਪਵਿੱਤਰ ਸ਼ਬਦ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ ਹੈ, ਸੋ ਸਾਧ ਸੰਗਤ ਜੀ ਪ੍ਰੇਮ ਸਹਿਤ ਸਰਵਣ ਕਰੀਏ। ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਕਾਲ ਬੂਤ ਕੀ ਹਸਤਨੀ, ਮਨ ਬਉਰਾ ਰੇ, ਚਲਤ ਰਚਿਓ ਜਗਦੀਸ਼। ਭਗਤ ਕਬੀਰ ਸਾਹਿਬ ਜੀ ਕਾਂਸ਼ੀ ਦੇ ਵਿੱਚ ਸੰਗਤਾਂ ਨੂੰ ਉਪਦੇਸ਼ ਦਿੰਦੇ, ਨਾਮ ਬਾਣੀ ਨਾਲ ਜੋੜਦੇ। ਭਗਤ ਜੀ ਦਾ ਕੋਈ ਸੰਗੀ ਸੀ ਸਾਧ ਸੰਗਤ ਜੀ। ਭਗਤ ਜੀ ਦੀ ਸੰਗਤ ਕਰਕੇ ਸੇਵਾ ਸਿਮਰਨ ਕਰਿਆ ਕਰਦਾ, ਨਾਮ ਜਪਿਆ ਕਰਦਾ। ਤੇ ਭਗਤ ਜੀ ਦੇ ਸੰਗੀ ਦਾ ਜੋ ਬੇਟਾ ਹੈ ਉਹ ਮਾੜੀ ਸੰਗਤ ਦੇ ਵਿੱਚ ਪੈ ਗਿਆ, ਵਕਾਰੀ ਬਣ ਗਿਆ, ਨਸ਼ਿਆਂ ਵਿਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ। ਆਪਣੇ ਪੁੱਤਰ ਨੂੰ ਨਾਲ ਲੈ ਕਰਕੇ ਭਗਤ ਜੀ ਦੇ ਪਾਸ ਉਹ ਸੰਗੀ ਆਇਆ। ਉਸ ਪ੍ਰੇਮੀ ਨੇ ਬੇਨਤੀ ਕੀਤੀ ਕਿ ਭਗਤ ਜੀ, ਮੈਂ ਤਾਂ ਤੁਹਾਡੀ ਸੰਗਤ ਕਰਕੇ ਨਾਮ ਜਪਦਾ ਹਾਂ, ਪਰ ਇਹ ਮੇਰਾ ਬੇਟਾ ਮਾੜੀ ਸੰਗਤ ਵਿੱਚ ਪੈ ਕਰਕੇ ਵਕਾਰੀ ਹੋ ਗਿਆ ਹੈ, ਨਸ਼ੇ ਤੇ ਵਿਸ਼ਿਆਂ ਦੇ ਵਿੱਚ ਗਲਤਾਨ ਹੋ ਗਿਆ ਹੈ। ਇਹਨੂੰ ਕੋਈ ਉਪਦੇਸ਼ ਦਿਓ ਤੇ ਇਹ ਵੀ ਨਾਮ ਬਾਣੀ ਵਾਲੇ ਪਾਸੇ ਲੱਗੇ। ਉਸ ਮੌਕੇ ਤੇ ਭਗਤ ਜੀ ਨੇ ਇਹ ਪਵਿੱਤਰ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਆ, ਜੋ ਅੱਜ ਦਾ ਸ਼ਬਦ ਹੈ। ਇਸ ਵਿੱਚ ਰਹਾਉ ਦੀਆਂ ਤੁਕਾਂ ਅੰਦਰ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ ਆ, ਬਿਖੈ ਬਾਚ ਹਰ ਰਾਚ, ਸਮਝ ਮਨ ਬਉਰਾ ਰੇ, ਨਿਰਭੈ ਹੋਏ ਨਾ ਹਰ ਭਜੇ, ਮਨ ਬਉਰਾ ਰੇ, ਗਹਿਓ ਨਾ ਰਾਮ ਜਹਾਜ। ਰਹਾਉ ਕਹਿੰਦੇ, ਹੇ ਜੀ, ਵਿਸ਼ੇ ਵਿਕਾਰਾਂ ਵੱਲੋਂ ਬਾਚ, ਇਹਨਾਂ ਵਿਸ਼ਿਆਂ ਵੱਲੋਂ ਬਚ ਤੇ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਰਚਨਾ ਕਰ, ਪ੍ਰੇਮ ਕਰ। ਸਮਝ ਮਨ ਬਉਰਾ ਰੇ। ਬਉਰਾ ਸ਼ਬਦ ਵਾਰ-ਵਾਰ ਆਇਆ ਇਸ ਸ਼ਬਦ ਵਿੱਚ। ਬਉਰਾ ਅਰਥ ਹੈ ਝੱਲੇ ਦਾ, ਕਮਲੇ ਦਾ। ਵੀ ਹੇ ਮੇਰੇ ਮਨਾ, ਹੇ ਪਾਗਲ ਮਨਾ, ਹੇ ਕਮਲੇ ਮਨਾ, ਤੂੰ ਸਮਝ, ਅਕਲ ਕਰ, ਸਿੱਖਿਆ ਧਾਰਨ ਕਰ, ਵਿਸ਼ੇ ਵਿਕਾਰਾਂ ਵੱਲੋਂ ਬਚ ਤੇ ਹਰੀ ਪਰਮੇਸ਼ਰ ਦੇ ਨਾਮ ਦੇ ਨਾਲ ਰਚਨਾ ਕਰ। ਆਰੰਭ 'ਚ ਕਹਿੰਦੇ ਆ, ਕਾਲ ਬੂਤ ਕੀ ਹਸਤਨੀ, ਮਨ ਬਉਰਾ ਰੇ। ਹੇ ਮੇਰੇ ਕਮਲੇ ਮਨ, ਜਿਸ ਵੇਲੇ ਹਾਥੀ ਨੂੰ ਫੜਨ ਵਾਲੇ ਉਹ ਜੰਗਲ ਦੇ ਵਿੱਚ ਯਤਨ ਕਰਦੇ ਆ ਨਾ, ਇੱਕ ਡੂੰਘਾ ਟੋਆ ਪੁੱਟ ਲੈਂਦੇ ਹਨ ਤੇ ਡੂੰਘਾ ਟੋਆ ਪੁੱਟ ਕੇ ਉੱਤੇ ਉਹ ਪਤਲੀ ਜੀ ਛੱਤ ਪਾ ਦਿੰਦੇ ਆ ਕਿ ਪਤਾ ਨਾ ਲੱਗੇ ਵੀ ਇੱਥੇ ਟੋਆ ਪੁੱਟਿਆ ਹੈ। ਬਹੁਤ ਪਤਲੇ ਪਤਲੇ ਕਾਨਿਆਂ ਦੀ ਜਾਂ ਇਸੇ ਤਰ੍ਹਾਂ ਪਤਲੇ ਫੱਟਿਆਂ ਦੀ, ਕਾਗਜ਼ ਦੀ ਉੱਤੇ ਛੱਤ ਪਾ ਦੇਣਗੇ। ਉਹਦੇ ਉੱਤੇ ਇੱਕ ਹਥਨੀ ਦਾ ਕਲਬੂਤ ਬਣਾ ਕਰਕੇ ਉਹ ਖੜਾ ਕਰ ਦਿੰਦੇ। ਕਾਲਬੂਤ ਕੀ ਹਸਤਨੀ, ਜਿਹੜਾ ਹਥਨੀ ਦਾ ਢਾਂਚਾ ਹੈ, ਹਥਨੀ ਦਾ ਕਲਬੂਤ ਹੈ, ਕਾਗਜ਼ ਦਾ ਬਣਾਇਆ ਹੋਇਆ, ਨਕਲੀ ਹਥਨੀ ਬਣਾਈ ਹੋਈ, ਉਹ ਉੱਥੇ ਜਦੋਂ ਰੱਖ ਦਿੰਦੇ ਹਨ ਤੇ ਉਸ ਵੇਲੇ ਫਿਰ ਐਸੀ ਹਾਲਤ ਹੈ, ਉਹ ਹਥਨੀ ਵੱਲੇ ਵੇਖ ਕਰਕੇ ਹਾਥੀ ਦੌੜ ਕੇ ਉਧਰ ਨੂੰ ਆਉਂਦਾ ਹੈ। ਕਾਮ ਦੇ ਵਿੱਚ ਗਲਤਾਨ ਹੋਇਆ। ਇਸੇ ਤਰ੍ਹਾਂ ਦਾ ਕਹਿੰਦੇ, ਹੇ ਮੇਰੇ ਬਉਰੇ ਮਨਾ, ਪਾਗਲ ਮਨਾ, ਚਲਤ ਰਚਿਓ ਜਗਦੀਸ਼। ਜਗਤ ਦੇ ਈਸ਼ਵਰ ਨੇ ਇਹ ਸੰਸਾਰ ਦਾ ਕੌਤਕ ਵੀ ਐਸਾ ਹੀ ਰਚਿਆ ਹੈ। ਜਿਵੇਂ ਹਾਥੀ ਨੂੰ ਉਹ ਵੇਖਣ ਵਾਸਤੇ ਤਾਂ ਉਹ ਸਾਰਾ ਕੁਝ ਸੱਚਾ ਪ੍ਰਤੀਤ ਹੁੰਦਾ ਸੀ, ਪਰ ਉਹ ਤਾਂ ਉਹਨੂੰ ਫੜਨ ਵਾਸਤੇ, ਉਹਨੂੰ ਕਾਬੂ ਕਰਨ ਵਾਸਤੇ ਸਾਰਾ ਕੁਝ ਰਚਿਆ ਹੋਇਆ ਸੀ। ਇਹ ਸੰਸਾਰ ਦੇ ਵਿੱਚ ਮਾਇਆ ਦੀ ਰਚਨਾ ਵੀ ਐਸੀ ਹੈ। ਜਿਸ ਮਾਇਆ ਨੂੰ ਇਹ ਸੱਚਾ ਜਾਣ ਕਰਕੇ ਜੀਵ ਉਹਦੇ ਮਗਰ ਦੌੜਦਾ ਹੈ, ਇਹ ਸਾਰਾ ਪ੍ਰਪੰਚ ਜਿਹੜਾ ਇਹ ਮਿਥਿਆ ਹੈ, ਝੂਠਾ ਹੈ। ਇਹ ਵਿਸ਼ੇ ਵਿਕਾਰਾਂ ਦੇ ਵਿੱਚ ਸੱਚਾ ਸੁੱਖ ਜਾਣ ਕਰਕੇ ਜੀਵ ਵਿਕਾਰਾਂ ਦੇ ਵਿੱਚ ਦੌੜ ਲਾਉਂਦਾ ਹੈ। ਇਹ ਵਿਸ਼ੇ ਵਿਕਾਰਾਂ ਦਾ ਜਿਹੜਾ ਸੁੱਖ ਇਹਨੇ ਮੰਨਿਆ ਹੋਇਆ ਹੈ, ਇਹ ਵੀ ਝੂਠਾ ਸੁੱਖ ਹੈ। ਮਾਇਆ ਰਚਿਤ ਪਦਾਰਥਾਂ ਦਾ ਜ਼ਿਕਰ ਕਰਦਿਆਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਫਰਮਾਇਆ ਨਾ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਵੀ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ,
ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਦਾ। ਜਿਸ ਜਿਸ ਪਦਾਰਥਾਂ ਨੂੰ ਵੇਖ ਕਰਕੇ ਇਹ ਹੱਸਦਾ ਏ, ਪ੍ਰਸੰਨਤਾ ਧਾਰਨ ਕਰਦਾ ਏ, ਮਹਾਰਾਜ ਕਹਿੰਦੇ ਹੈ ਤਾਂ ਇਹ ਭਾਈ ਇਹ ਮਿਥਿਆ ਸਭ ਕੁਝ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਚਲਤ ਰਚਿਓ ਜਗਦੀਸ਼, ਜਗਤ ਦੇ ਈਸ਼ਵਰ ਨੇ ਐਸਾ ਇੱਕ ਕੌਤਕ ਰਚਿਆ ਹੋਇਆ ਹੈ। ਸੋ ਇਹ ਨਾਸਵਾਨ ਹੈ, ਮਾਇਆ ਰਚਨ ਜੋ ਪਦਾਰਥ ਹੈ। ਤਾਂ ਕਲਬੂਤ ਦੀ ਬਣਾਈ ਹੋਈ ਜਿਹੜਾ ਹਸਤਨੀ ਦਾ ਹਾਥੀ ਦਾ ਹਥਨੀ ਦਾ ਜਿਹੜਾ ਹੈ ਉਹ ਕਲਬੂਤ ਬਣਾਇਆ ਹੋਇਆ ਹੈ, ਉਸ ਨੂੰ ਵੇਖ ਕਰਕੇ, ਕਾਗਜ਼ ਦੀ ਹਥਨੀ ਨੂੰ ਵੇਖ ਕਰਕੇ, ਕਾਮ ਸੁਆਏ ਗਜ ਬਸ ਪਰੇ ਮਨ ਬੌਰਾਰੇ, ਅੰਕਸ ਸਹਿਓ ਸੀਸ। ਕਾਮ ਦੇ ਸਵਾਦ ਦੇ ਵਿੱਚ ਖਚਤ ਹੋਇਆ ਹਾਥੀ ਜਿਹੜਾ ਹੈ ਉਹ ਫਿਰ ਉਧਰ ਨੂੰ ਭੱਜਾ ਆਉਂਦਾ ਹੈ, ਤੇ ਉਹ ਟੋਆ ਜਿਹੜਾ ਪੁੱਟਿਆ ਹੁੰਦਾ ਹੈ ਤੇ ਉਹ ਟੋਏ 'ਚ ਡਿੱਗ ਪੈਂਦਾ ਹੈ। ਗਜ ਬੱਸ ਪਰੇ, ਤੇ ਹਾਥੀ ਜਿਹੜਾ ਹੈ ਉਹ ਫਿਰ ਵੱਸ ਵਿੱਚ ਪੈ ਗਿਆ। ਜਿਸ ਨੇ ਹਾਥੀ ਨੂੰ ਫੜਨ ਵਾਸਤੇ ਉਹ ਟੋਆ ਪੁੱਟਿਆ ਸੀ ਉਹਦੇ ਵੱਸ ਵਿੱਚ ਆ ਗਿਆ, ਉਸਦੇ ਕਾਬੂ ਵਿੱਚ ਆ ਗਿਆ। ਅੰਕਸ ਸਹਿਓ ਸੀਸ, ਫਿਰ ਆਪਣੀ ਪੜ੍ਹਾਈ ਪੜ੍ਹਾਉਂਦੇ ਹਾਥੀ ਨੂੰ, ਉਹ ਭੁੱਖਾ ਰੱਖਦੇ, ਧਿਆਇਆ ਰੱਖਦੇ, ਆਪਣੀ ਬੋਲੀ ਸਿਖਾਉਂਦੇ ਆ। ਫਿਰ ਕਈ ਦਿਨ ਉਸੇ ਟੋਏ ਦੇ ਵਿੱਚ ਹਾਥੀ ਜਿਹੜਾ ਹੈ ਜੰਗਲ ਦੇ ਵਿੱਚ ਖੁੱਲ੍ਹਾ ਰਹਿੰਦਾ ਸੀ, ਆਪਣੀ ਮੌਜ ਦੇ ਨਾਲ ਵਿਚਰਦਾ ਸੀ। ਉਹ ਕਾਮ ਦੇ ਵਿਸ਼ੇ ਕਰਕੇ ਟੋਏ 'ਚ ਡਿੱਗ ਪਿਆ ਤੇ ਦੂਸਰੇ ਦੇ ਵੱਸ ਵਿੱਚ ਆ ਗਿਆ, ਦੂਸਰੇ ਦੇ ਵੱਸ ਪੈ ਗਿਆ। ਫਿਰ ਉਹਨੂੰ ਭੁੱਖਾ ਵੀ ਰਹਿਣਾ ਪਿਆ, ਧਿਆਇਆ ਵੀ ਰਹਿਣਾ ਪਿਆ। ਅੰਕਸ ਸਹਿਓ ਸੀਸ, ਤੇ ਫਿਰ ਉਹਦੇ ਸਿਰ ਦੇ ਵਿੱਚ ਲੋਹੇ ਦਾ ਤਿੱਖਾ ਜਿਹੜਾ ਕੁੰਡਾ ਹੈ ਉਹ ਵੀ ਮਾਰਿਆ ਜਾਂਦਾ ਹੈ। ਉਹਨੂੰ ਅੰਕਸ ਆਖਿਆ ਹੈ, ਲੋਹੇ ਦਾ ਕੁੰਡਾ ਜੋ ਹਾਥੀ ਦੇ ਸਿਰ ਦੇ ਉੱਤੇ ਗਰਦਨ ਉੱਤੇ ਬੈਠਦਾ ਹੈ ਨਾ ਮਹਾਵਤ, ਤੇ ਉਹਦੇ ਹੱਥ ਵਿੱਚ ਫਿਰ ਲੋਹੇ ਦਾ ਕੁੰਡਾ ਹੈ। ਉਹ ਹਾਥੀ ਦੇ ਫਿਰ ਉੱਤੇ ਗਰਦਨ ਦੇ ਵਿੱਚ ਮਾਰਦਾ ਉਹਨੂੰ ਤੋੜਨ ਵਾਸਤੇ। ਫਿਰ ਉਹ ਆਪਣੇ ਸਿਰ ਦੇ ਵਿੱਚ ਕੁੰਡੇ ਖਾਂਦਾ ਹੈ। ਲੋਹੇ ਦੀ ਜਿਹੜੀ ਤਿੱਖੀ ਸੀਖ ਹੈ ਉਹ ਮਹਾਵਤ ਨੇ ਆਪਣੇ ਹੱਥ ਵਿੱਚ ਫੜੀ ਹੋਈ ਤੇ ਹਾਥੀ ਦੇ ਫਿਰ ਉੱਤੇ ਸਿਰ ਦੇ ਵਿੱਚ ਉਹ ਮਾਰਦਾ ਹੈ। ਤੇ ਹਾਥੀ ਨੂੰ ਜੇ ਕਹਿੰਦਾ ਵੀ ਬਹਿ ਜਾ ਤੇ ਹਾਥੀ ਬੈਠ ਜਾਂਦਾ, ਜੇ ਹਾਥੀ ਨੂੰ ਕਹਿੰਦਾ ਵੀ ਉੱਠ ਪਾ ਤੇ ਉੱਠ ਪੈਂਦਾ, ਜੇ ਉਹਨੂੰ ਕਹਿੰਦਾ ਵੀ ਕੱਲੀਆਂ ਅਗਲੀਆਂ ਲੱਤਾਂ ਦੇ ਭਾਰ ਤੇ ਬੈਠ ਤੇ ਉਸ ਤਰ੍ਹਾਂ ਬਹਿੰਦਾ। ਫਿਰ ਜੇ ਕਹਿੰਦਾ ਪਿਛਲੀਆਂ ਲੱਤਾਂ ਦੇ ਭਾਰ ਬਹਿ, ਇਸ ਤਰ੍ਹਾਂ ਬਹਿੰਦਾ ਹੈ। ਉਹਨੂੰ ਜਿੱਧਰ ਮਰਜੀ ਫਿਰ ਆਪਣੀ ਬੋਲੀ ਪੜ੍ਹਾ ਲੈਂਦਾ ਹੈ, ਮਹਾਵਤ ਦੇ ਆਖੇ ਲੱਗ ਕੇ ਤੁਰਦਾ ਫਿਰ। ਪਰ ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਇੱਕ ਕਾਮ ਦੇ ਵਿਸ਼ੇ ਕਰਕੇ ਪਰਾਏ ਦੇ ਵੱਸ ਪੈ ਗਿਆ। ਕਿੱਡਾ ਵੱਡਾ ਬਲੀ ਹਾਥੀ। ਇਹਦੇ 'ਚ ਭਗਤ ਜੀ ਕਹਿੰਦੇ ਕਿ ਭਾਈ ਇਹ ਹਾਥੀ ਜੇ ਕਾਬੂ ਆ ਗਿਆ ਤੇ ਮਨੁੱਖ ਵਿੱਚ ਵੀ ਇਹ ਕਾਮ ਦਾ ਵਿਸ਼ਾ ਹੈ। ਕੱਲੀ ਹਾਥੀ ਦੀ ਗੱਲ ਨਹੀਂ, ਹਾਥੀ ਦੀ ਉਦਾਹਰਨ ਦੇ ਕਰਕੇ ਕੱਲੇ ਹਾਥੀ ਨੂੰ ਥੋੜ੍ਹਾ ਸਮਝਾ ਰਹੇ ਆ ਭਗਤ ਕਬੀਰ ਸਾਹਿਬ। ਸਮਝਾ ਤਾਂ ਮਨੁੱਖ ਨੂੰ ਰਹੇ ਆ। ਬਾਣੀ ਦੇ ਵਿੱਚ ਉਦਾਹਰਨਾਂ ਪਸ਼ੂਆਂ ਦੀਆਂ ਦਿੱਤੀਆਂ, ਪੰਛੀਆਂ ਦੀਆਂ ਦਿੱਤੀਆਂ, ਪਰ ਸਮਝਾਇਆ ਤੇ 84 ਲੱਖ ਜੋਨ ਦੇ ਸਰਦਾਰ ਨੂੰ ਹੀ ਆ। ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮਹਿ ਤੇਰੀ ਸਿਕਦਾਰੀ। ਆਖਿਆ ਜੇ ਕਾਮ ਦੇ ਵਿਸ਼ੇ ਕਰਕੇ ਹਾਥੀ ਏਡਾ ਬਲੀ ਹੋ ਕਰਕੇ ਕਾਬੂ ਆ ਜਾਂਦਾ ਹੈ ਤੇ ਬੰਦਿਆ ਤੂੰ ਵੀ ਤਾਂ ਕਾਮ ਦੇ ਅਧੀਨ ਹੋ ਕਰਕੇ ਪਰਾਏ ਦੇ ਵੱਸ ਵਿੱਚ ਹੀ ਆਇਆ ਹੋਇਆ ਹੈ ਨਾ। ਮਨੁੱਖ ਨੂੰ ਸਮਝਾਉਂਦਿਆਂ ਆ ਮਹਾਰਾਜ ਨੇ ਆਖਿਆ ਪਰਤਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ, ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਨਾਨਕ ਕੋਟ ਮੱਧੇ ਕੋ ਐਸਾ ਅਪਰਸ। ਪਰ ਆਖਿਆ ਕੋਈ ਕਰੋੜਾਂ 'ਚ ਕੋਈ ਹੁੰਦਾ ਹੈ ਜਿਹੜਾ ਆਪਣੇ ਇਹਨਾਂ ਇੰਦਰੀਆਂ ਨੂੰ ਜਿੱਤਦਾ ਹੈ। ਭਗਤ ਰਵਿਦਾਸ ਸਾਹਿਬ ਜੀ ਦਾ ਬਚਨ ਹੈ। ਉਹਨਾਂ ਨੇ ਵੀ 5 ਵਿਸ਼ਿਆਂ ਦਾ ਜ਼ਿਕਰ ਕਰਦਿਆਂ ਆਖਿਆ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਮ੍ਰਿਗ ਨਾਮ ਹੈ ਹਿਰਨ ਦਾ, ਉਹਨੂੰ ਕੰਨਾਂ ਦਾ ਵਿਸ਼ਾ ਹੈ।
ਮੀਨ ਨਾਮ ਹੈ ਮੱਛੀ ਦਾ, ਉਹਨੂੰ ਰਸਨਾ ਦਾ ਵਿਸ਼ਾ ਹੈ। ਭਰਿੰਗ ਨਾਮ ਹੈ ਭੌਰੇ ਦਾ, ਉਹਨੂੰ ਨਾਸਕਾਂ ਦਾ ਵਿਸ਼ਾ ਹੈ। ਪਤੰਗ ਨਾਮ ਹੈ ਪਤੰਗੇ ਦਾ, ਉਹਨੂੰ ਅੱਖਾਂ ਦਾ ਵਿਸ਼ਾ ਹੈ। ਦੀਵੇ ਦੀ ਲਾਟ ਤੇ ਪਤੰਗੇ ਸੜਦੇ ਆ ਚਾਨਣ ਦੇ ਉੱਤੇ। ਤੇ ਕੁੰਚਰ ਨਾਮ ਹੈ ਹਾਥੀ ਦਾ, ਹਾਥੀ ਨੂੰ ਕਾਮ ਦਾ ਵਿਸ਼ਾ ਹੈ। ਇਹਨਾਂ ਦੇ ਵਿੱਚ ਇੱਕ ਇੱਕ ਵਿਸ਼ਾ ਸੀ ਤੇ ਇੱਕ ਇੱਕ ਵਿਸ਼ੇ ਨੇ ਇਹਨਾਂ ਨੂੰ ਖਤਮ ਕਰ ਦਿੱਤਾ। ਤੇ ਭਗਤ ਰਵਿਦਾਸ ਸਾਹਿਬ ਕਹਿੰਦੇ ਵੀ ਮਨੁੱਖ ਦੇ ਵਿੱਚ ਤਾਂ ਇਹ ਪੰਜੇ ਹੀ ਆ, ਤੇ ਇਹਦੇ ਬਚਣ ਦੀ ਕੀ ਆਸ ਹੈ। ਇਹ ਗੁਰੂ ਕੇ ਸ਼ਬਦ ਨਾਲ ਜੁੜੇ ਤੇ ਤਾਂ ਵਿਕਾਰਾਂ ਤੋਂ ਬਚ ਸਕਦਾ ਹੈ, ਨਹੀਂ ਤਾਂ ਇਹ ਵਿਕਾਰਾਂ ਤੋਂ ਬਚ ਨਹੀਂ ਸਕਦਾ। ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮ ਹੈ ਤਾ ਕੀ ਕੇਤਕ ਆਸ। ਕਾਮ ਸੁਆਏ ਗਜ ਬਸ ਪਰੇ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਹਾਥੀ ਨੇ ਆਪਣੇ ਸਿਰ ਦੇ ਉੱਤੇ ਫਿਰ ਕੁੰਡੇ ਸਹਾਰੇ। ਮਹਾਵਤ ਨੇ ਉਹ ਲੋਹੇ ਦਾ ਕੁੰਡਾ ਹਾਥੀ ਦੇ ਮਾਰਿਆ। ਫਿਰ ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਹੇ ਮੇਰੇ ਬੌਰਿਆ ਮਨਾ, ਝੱਲਿਆ ਮਨਾ, ਵਿਸ਼ੇ ਵਿਕਾਰਾਂ ਤੋਂ ਬਾਚ, ਇਹ ਮਾਇਆ ਠੱਗਣੀ ਤੋਂ ਬਾਚ, ਤੇ ਹਰੀ ਦੇ ਨਾਲ ਰਚ ਜਾ। ਹਰੀ ਪਰਮੇਸ਼ਰ ਦੇ ਨਾਮ ਨਾਲ ਪ੍ਰੇਮ ਪਾ। ਨਿਰਭੈ ਹੋਏ ਨਾ ਹਰ ਭਜੇ ਮਨ ਬੌਰਾ ਰੇ, ਗਹਿਓ ਨਾ ਰਾਮ ਜਹਾਜ। ਕਹਿੰਦੇ ਭਾਈ ਤੂੰ ਨਿਰਭੈ ਹੋ ਕਰਕੇ ਹਰੀ ਦਾ ਭਜਨ ਕਿਉਂ ਨਹੀਂ ਕਰਦਾ। ਹੇ ਝੱਲੇ ਮਨਾ, ਹੇ ਬੌਰੇ ਕਮਲੇ ਮੇਰੇ ਮਨਾ, ਗਹਿਓ ਨਾ ਰਾਮ ਜਹਾਜ। ਰਾਮ ਜੋ ਸਰਬ ਵਿਆਪਕ ਹੈ ਪਰਮੇਸ਼ਰ, ਉਹਦੇ ਨਾਮ ਦਾ ਜਹਾਜ਼ ਤੂੰ ਨਹੀਂ ਗ੍ਰਹਿਣ ਕੀਤਾ, ਨਹੀਂ ਪਕੜਿਆ। ਤੂੰ ਨਾਮ ਦੇ ਜਹਾਜ਼ ਤੇ ਨਹੀਂ ਚੜ੍ਹਦਾ ਹੈ। ਰਾਮ ਪਰਮੇਸ਼ਰ ਜਹਾਜ਼ ਦੀ ਨਿਆਈ ਹੈ, ਉਹਦਾ ਨਾਮ ਹੀ ਜਹਾਜ਼ ਹੈ। ਜਿਹੜਾ ਨਾਮ ਜਪਦਾ ਏ ਉਹਦਾ ਬੇੜਾ ਪਾਰ ਹੋ ਜਾਂਦਾ ਹੈ। ਗੁਰਬਾਣੀ ਸਾਰੀ ਜਹਾਜ਼ ਨਿਆਈ ਹੈ ਸਾਧ ਸੰਗਤ ਜੀ। ਪੰਚਮ ਪਾਤਸ਼ਾਹ ਨੂੰ ਵਰਦਾਨ ਮਿਲਿਆ ਸੀ ਤੀਜੇ ਪਾਤਸ਼ਾਹ ਨਾਨਾ ਸਤਿਗੁਰੂ ਜੀ ਦਾ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ। ਜਦੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਚਪਨ ਵਿੱਚ ਰਿੜ ਰਹੇ ਸੀ ਨਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਕਿਉਂਕਿ ਬਚਪਨ ਦੇ 11 ਸਾਲ ਗੁਰੂ ਅਰਜਨ ਸਾਹਿਬ ਜੀ ਦੇ ਗੋਇੰਦਵਾਲ ਸਾਹਿਬ ਬਤੀਤ ਹੋਏ। 1620 ਬਿਕਰਮੀ ਸੰਮਤ ਤੋਂ ਲੈ ਕੇ 1631 ਤੱਕ। ਤੇ ਨਾਨਾ ਸਤਿਗੁਰੂ ਜੀ ਨੇ ਬਚਨ ਕਿਹਾ ਸੀ, ਦੋਹੇਤਾ ਬਾਣੀ ਕਾ ਬੋਹੇਥਾ। ਬੋਹੇਥਾ ਨਾਮ ਹੈ ਜਹਾਜ਼ ਦਾ। ਆਖਿਆ ਸਾਡਾ ਦੋਹੇਤਾ ਇਹ ਬਾਣੀ ਦਾ ਜਹਾਜ਼ ਰਚੇਗਾ। ਸਮੇਂ ਦੇ ਨਾਲ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਤੇ ਸਾਰੀ ਬਾਣੀ ਮਹਾਰਾਜ ਨੇ ਸ੍ਰੀ ਰਾਮਸਰ ਸਰੋਵਰ ਦੇ ਕੰਢੇ ਤੇ ਅੰਮ੍ਰਿਤਸਰ ਸਾਹਿਬ ਲਿਖਾਈ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮਤੀ ਈਸਵੀ ਸਨ 1604 ਨੂੰ ਪਹਿਲਾ ਪ੍ਰਕਾਸ਼ ਕਰਵਾਇਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੀ 98 ਸਾਲ ਦੀ ਸਰੀਰ ਕਾਰਬਲਾ ਸੀ, ਗੁਰੂ ਘਰ ਦੇ ਪਹਿਲੇ ਗ੍ਰੰਥੀ ਸਾਹਿਬ, ਉਹਨਾਂ ਨੂੰ ਥਾਪਿਆ। ਤੇ ਸੰਗਤ ਵਿੱਚ ਮਹਾਰਾਜ ਨੇ ਬਚਨ ਕੀਤੇ ਸੀ ਵੀ ਸੰਗਤ ਜੀ ਬਾਣੀ ਦਾ ਜਹਾਜ਼ ਤਿਆਰ ਹੋ ਗਿਆ ਹੈ। ਉਦੋਂ ਬਚਨ ਕਹੇ ਸੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਬਾਣੀ ਦਾ ਜਹਾਜ਼ ਤਿਆਰ ਹੋ ਗਿਆ ਹੈ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਇਹ ਜਹਾਜ਼ ਹੈ। ਇਤਿਹਾਸ ਵਿੱਚ ਜੇਕਰ ਆਉਂਦਾ ਮਹਾਰਾਜ ਨੇ ਆਖਿਆ ਇਹ ਬਾਣੀ ਵੀ ਜਹਾਜ਼ ਹੈ ਤੇ ਸ੍ਰੀ ਦਰਬਾਰ ਸਾਹਿਬ ਵੀ ਜਹਾਜ਼ ਹੈ, ਤੇ ਜਿਹੜਾ ਜਹਾਜ਼ ਤੇ ਚੜ੍ਹ ਜਾਵੇਗਾ ਉਹ ਫਿਰ ਪਾਰ ਹੋ ਜਾਵੇਗਾ। ਪਰ ਜਹਾਜ਼ ਸਮੁੰਦਰੀ ਵੀ ਹੁੰਦਾ ਹੈ ਤੇ ਹਵਾਈ ਜਹਾਜ਼ ਵੀ ਆ। ਪਰ ਜਹਾਜ਼ ਭਾਵੇਂ ਸਮੁੰਦਰੀ ਜਹਾਜ਼ ਤੇ ਚੜ੍ਹਨਾ ਹੋਵੇ ਉਹਦੀ ਟਿਕਟ ਤਾਂ ਲੈਣੀ ਪੈਣੀ ਆ। ਜਹਾਜ਼ ਦੇ ਵਿੱਚ ਤਾਂ ਬੈਠਣਾ ਹੀ ਪੈਣਾ ਵਾ, ਫੇਰ ਹੀ ਜਹਾਜ਼ ਬੰਨੇ ਕਰੇਗਾ ਨਾ ਜਿਹੜਾ ਜਹਾਜ਼ ਤੇ ਚੜ੍ਹੇਗਾ। ਇਹ ਨਾਮ ਰੂਪੀ ਜਹਾਜ਼, ਬਾਣੀ ਰੂਪੀ ਜਹਾਜ਼, ਜਿਹੜਾ ਗੁਰੂ ਕੀ ਸਿੱਖੀ ਪ੍ਰਾਪਤ ਕਰਕੇ ਨਾਮ ਜਪੇਗਾ, ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਕਰੇਗਾ, ਗੁਰੂ ਕੀ ਬਾਣੀ ਦਾ ਸਤਿਗੁਰਾਂ ਦਾ ਦਿੱਤਾ ਹੋਇਆ ਨਿਤਨੇਮ ਕਰੇਗਾ, ਤੇ ਬਾਣੀ ਨੇ ਉਸ ਨੂੰ ਫਿਰ ਪਾਰ ਕਰਨਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਆ, ਡਰ ਤੋਂ ਰਹਿਤ ਹੋਣ ਵਾਸਤੇ, ਨਿਰਭੈ ਹੋਣ ਵਾਸਤੇ ਤੂੰ ਹਰੀ ਦਾ ਭਜਨ ਨਹੀਂ ਕਰਦਾ ਹੈ, ਕਿਉਂਕਿ ਨਾਮ ਨੇ ਸਾਰੇ ਡਰ ਦੂਰ ਕਰਨੇ ਆ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਗਹਿਓ ਨਾ ਰਾਮ ਜਹਾਜ਼। ਸਰਬ ਵਿਆਪਕ ਪਰਮੇਸ਼ਰ ਦੇ ਨਾਮ ਦੇ ਜਹਾਜ਼ ਨੂੰ ਤੂੰ ਗ੍ਰਹਿਣ ਨਹੀਂ ਕੀਤਾ ਹੈ, ਪ੍ਰਾਪਤ ਨਹੀਂ ਕੀਤਾ ਹੈ। ਰਹਾਉ ਵਿਸਰਾਮ ਦੇ ਕੇ ਹੋਰ ਉਦਾਹਰਨਾਂ ਦਿੰਦੇ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਮਰਕਟ ਨਾਮ ਹੈ ਬਾਂਦਰ ਦਾ। ਜਿਨ੍ਹਾਂ ਲੋਕਾਂ ਨੇ ਬਾਂਦਰ ਨੂੰ ਫੜਨਾ ਹੋਵੇ
ਉਹ ਕੁਝ ਦਾਣੇ ਛੋਲਿਆਂ ਦੇ ਦਾਣੇ ਖਿਲਾਰ ਕੇ ਤੇ ਇੱਕ ਛੋਟੇ ਮੂੰਹ ਵਾਲੀ ਜਿਹੜੀ ਕੁੱਜੀ ਹੈ, ਗੜਵੀ ਹੈ, ਉਹਨੂੰ ਮਿੱਟੀ ਵਿੱਚ ਗੱਡ ਦਿੰਦੇ ਆ। ਉਹਦਾ ਮੂੰਹ ਛੋਟਾ ਹੁੰਦਾ ਹੈ ਤੇ ਉਹਦੇ ਵਿੱਚ ਕੁਝ ਦਾਣੇ ਪਾ ਦਿੰਦੇ। ਜਦੋਂ ਬਾਂਦਰ ਆਉਂਦਾ ਹੈ ਉਹ ਦਾਣੇ ਚੁਗਦਾ ਹੈ। ਫਿਰ ਜਿਸ ਵੇਲੇ ਉਹ ਕੁੱਜੀ ਦੇ ਵਿੱਚ ਆਪਣਾ ਹੱਥ ਪਾਉਂਦਾ ਹੈ, ਪੰਜਾ ਪਾਉਂਦਾ ਹੈ ਤੇ ਅੰਦਰੋਂ ਦਾਣਿਆਂ ਦੀ ਮੁੱਠ ਭਰ ਲੈਂਦਾ ਹੈ। ਤੇ ਜਦੋਂ ਮੁੱਠ ਭਰ ਕੇ ਬਾਹਰ ਖਿੱਚਣ ਲੱਗਦਾ ਹੈ ਤਾਂ ਉਸ ਵੇਲੇ ਫਿਰ ਉਹ ਹੱਥ ਉਹਦਾ ਬਾਹਰ ਨਿਕਲਦਾ ਨਹੀਂ ਹੈ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ। ਹੇ ਮੇਰੇ ਕਮਲੇ ਮਨਾ, ਜਿਵੇਂ ਬਾਂਦਰ ਨੇ ਉਹ ਭੀੜੇ ਮੂੰਹ ਵਾਲੀ ਕੁੱਜੀ ਦੇ ਵਿੱਚ ਹੱਥ ਪਾ ਕਰਕੇ ਤੇ ਆਪਣੀ ਮੁੱਠ ਭਰੀ ਤੇ ਫਿਰ ਲੀਨੀ ਹੱਥ ਪਸਾਰ ਕਰਕੇ ਵਿੱਚੋਂ ਮੁੱਠ ਤਾਂ ਭਰ ਲਈ, ਦਾਣੇ ਲੈ ਲਏ। ਛੂਟਣ ਕੋ ਸਹਸਾ ਭਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਤੇ ਫਿਰ ਉਹ ਮੁੱਠ ਭਰੀ ਹੱਥ ਬਾਹਰ ਨਿਕਲਦਾ ਨਹੀਂ, ਪੰਜਾ ਬਾਹਰ ਨਿਕਲਦਾ ਨਹੀਂ ਹੈ। ਉਹਨੂੰ ਭਰਮ ਪੈ ਜਾਂਦਾ ਹੈ ਵੀ ਇਹ ਮੇਰਾ ਹੱਥ ਵਿੱਚ ਕਿਸੇ ਨੇ ਫੜ ਲਿਆ ਹੈ। ਨਾ ਤਾਂ ਉਹ ਦਾਣੇ ਛੱਡਦਾ ਹੈ ਤੇ ਨਾ ਹੱਥ ਬਾਹਰ ਹੀ ਕੱਢਦਾ ਹੈ। ਤੇ ਫਿਰ ਕਾਬੂ ਹੋ ਜਾਂਦਾ ਹੈ ਤੇ ਫਿਰ ਉਹ ਲੋਕਾਂ ਦੇ ਘਰਾਂ ਵਿੱਚ ਦਰਵਾਜ਼ਿਆਂ ਦੇ ਅੱਗੇ ਨੱਚਦਾ ਫਿਰਦਾ ਹੈ। ਨਾਚਿਓ ਘਰ ਘਰ ਬਾਰ। ਇਸੇ ਤਰ੍ਹਾਂ ਕਹਿੰਦੇ ਵੀ ਇਹ ਮਾਇਆ ਦੇ ਵਿੱਚ ਇਹ ਜੀਵ ਨੇ ਆਪਣਾ ਹੱਥ ਪਾਇਆ ਹੋਇਆ ਹੈ, ਇਹ ਛੱਡਦਾ ਨਹੀਂ ਤੇ ਫਿਰ ਵਿੱਚ ਹੀ ਇਹ ਫਸ ਜਾਂਦਾ ਹੈ ਤੇ ਘਰਾਂ ਦੇ ਵਿੱਚ ਦਰਵਾਜ਼ਿਆਂ ਦੇ ਅੱਗੇ ਨੱਚਦਾ ਫਿਰਦਾ ਹੈ। ਮਾਇਆ ਜਿਵੇਂ ਨਚਾਉਂਦੀ ਹੈ। ਜਿਉਂ ਨਲਨੀ ਸੂ ਅਟਾ ਗਹਿਓ ਮਨ ਬੌਰਾ ਰੇ। ਜਿਵੇਂ ਤੋਤੇ ਨੂੰ ਫੜਨ ਵਾਲੇ 2 ਕਿੱਲੇ ਗੱਡ ਕੇ ਉੱਤੇ ਇੱਕ ਉਹ ਨਲਨੀ ਜਿਹੜੀ ਹੈ ਉਹ ਵਿੱਚ ਲਾ ਦਿੰਦੇ ਹਨ। ਵਾਂਸ ਜਿਹੜਾ ਉਹ ਵਿੱਚੋਂ ਪੋਰਾ ਖਾਲੀ ਹੁੰਦਾ ਹੈ, ਦੋਵਾਂ ਪਾਸੇ ਉਹ ਕਿੱਲੇ ਗੱਡ ਕਰਕੇ ਤੇ ਉਹ ਪੋਲਾ ਵਾਂਸ ਵਿੱਚ ਲਾ ਦਿੰਦੇ, ਥੱਲੇ ਪਾਣੀ ਦਾ ਭਾਂਡਾ ਭਰ ਕੇ ਰੱਖ ਦਿੰਦੇ। ਜਦੋਂ ਤੋਤਾ ਉੱਤੇ ਆ ਕੇ ਬੈਠਦਾ ਹੈ ਤੇ ਉਹ ਨਲਨੀ ਘੁੰਮ ਜਾਂਦੀ ਹੈ ਤੇ ਉਹਦਾ ਮੂੰਹ ਥੱਲੇ ਨੂੰ ਹੋ ਜਾਂਦਾ ਹੈ ਤੇ ਪਾਣੀ ਦੇ ਨਾਲ ਅੱਖਾਂ ਜਾ ਕੇ ਲੱਗਦੀਆਂ ਤੇ ਉਹਨੂੰ ਐਂ ਲੱਗਦਾ ਹੈ ਵੀ ਪਾਣੀ ਬਹੁਤ ਜ਼ਿਆਦਾ ਹੈ, ਮੈਂ ਡਿੱਗ ਪਿਆ, ਵਿੱਚ ਡੁੱਬ ਜਾਵਾਂਗਾ। ਜਿਉਂ ਨਲਨੀ ਸੂ ਅਟਾ ਗਹਿਓ, ਸੂ ਅਟਾ ਨਾਮ ਹੈ ਤੋਤੇ ਦਾ। ਜਿਵੇਂ ਉਹ ਨਲਨੀ ਨੂੰ ਫੜ ਲਿਆ ਤੋਤੇ ਨੇ, ਮਨ ਬੌਰਾ ਰੇ। ਹੇ ਮੇਰੇ ਕਮਲੇ ਮਨਾ, ਮਾਇਆ ਇਹੋ ਵਿਵਹਾਰ। ਮਾਇਆ ਦਾ ਇਸ ਤਰ੍ਹਾਂ ਦਾ ਵਿਵਹਾਰ ਹੈ, ਜਦੋਂ ਜੀਵ ਮਾਇਆ 'ਚ ਗਲਤਾਨ ਹੋ ਜਾਂਦਾ ਉਹਨੂੰ ਫਿਰ ਛੱਡਦਾ ਨਹੀਂ। ਜਿਵੇਂ ਤੋਤਾ ਨਹੀਂ ਉਹ ਨਲਨੀ ਨੂੰ ਛੱਡਦਾ, ਵਾਂਸਲੀ ਨੂੰ ਨਹੀਂ ਛੱਡਦਾ। ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ। ਕੁਸੁੰਭੀ ਰੰਗ ਹੁੰਦਾ ਹੈ ਜਿਹੜਾ ਛੇਤੀ ਲਹਿ ਜਾਵੇ, ਡੱਬ ਖੜੱਬਾ ਹੋ ਜਾਵੇ, ਇੱਕੋ ਹੀ ਧੋ ਪਾਈਏ। ਜਿਵੇਂ ਕੁਸੁੰਭ ਦਾ ਰੰਗ ਹੈ ਛੇਤੀ ਲੱਥ ਜਾਣ ਵਾਲਾ, ਡੱਬ ਖੜੱਬਾ ਹੋ ਜਾਣ ਵਾਲਾ, ਇਸੇ ਤਰ੍ਹਾਂ ਹੇ ਮੇਰੇ ਕਮਲੇ ਮਨਾ ਤਿਉਂ ਪਸਰਿਓ ਪਾਸਾਰ। ਇਸੇ ਤਰ੍ਹਾਂ ਹੀ ਇਹ ਸੰਸਾਰ ਦਾ ਪਸਾਰਾ ਪਸਰਿਆ ਹੋਇਆ ਹੈ। ਨਾਵਣ ਕੋ ਤੀਰਥ ਘਨੇ ਮਨ ਬੌਰਾ ਰੇ। ਭਗਤ ਕਬੀਰ ਸਾਹਿਬ ਕਹਿੰਦੇ ਆ ਵੀ ਤੀਰਥ ਤਾਂ ਬਹੁਤ ਵਾ, ਨਹਾਉਣ ਵਾਸਤੇ, ਇਸ਼ਨਾਨ ਕਰਨ ਵਾਸਤੇ 68 ਤੀਰਥ ਵਾ। ਇਹ ਮੇਰੇ ਕਮਲੇ ਮਨਾ ਪੂਜਨ ਕੋ ਬਹੁ ਦੇਵ। ਤੇ ਪੂਜਾ ਕਰਨ ਵਾਸਤੇ ਬਹੁਤੇ ਦੇਵਤੇ ਆ, 33 ਕਰੋੜ ਦੇਵੀ ਦੇਵਤੇ ਲੋਕ ਮੰਨਦੇ ਹਨ। ਏਡੀ ਵੱਡੀ ਗਿਣਤੀ ਇਹ ਦੇਵਤਿਆਂ ਦੀ ਹੈ ਤੇ ਨਹਾਉਣ ਵਾਸਤੇ ਤੀਰਥ ਵੀ ਬਹੁਤੇ ਹਨ। ਨਾਵਨ ਕੋ ਤੀਰਥ ਘਨੇ ਮਨ ਬੌਰਾ ਰੇ। ਹੇ ਕਮਲੇ ਮਨਾ ਪੂਜਨ ਕੋ ਬਹੁ ਦੇਵ। ਤੇ ਪੂਜਾ ਕਰਨ ਵਾਸਤੇ ਦੇਵਤੇ ਵੀ ਬਹੁਤੇ ਆ, ਪਰ ਛੁਟਕਾਰਾ ਕਿਵੇਂ ਹੋਵੇਗਾ? ਕਹੋ ਕਬੀਰ ਛੂਟਨ ਨਹੀਂ ਮਨ ਬੌਰਾ ਰੇ। ਇਹ ਮੇਰੇ ਕਮਲੇ ਮਨਾ ਬਹੁਤੇ ਤੀਰਥਾਂ ਦੇ ਉੱਤੇ 68 ਤੀਰਥਾਂ ਤੇ ਨਹਾਉਣ ਨਾਲ ਹੀ ਛੁੱਟਿਆ ਨਹੀਂ ਜਾਵੇਗਾ। ਕਿਉਂਕਿ ਭਗਤ ਜੀ ਕਹਿੰਦੇ ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵਹਿ ਨਿਰਮਲ ਨੀਰ। ਬਿਨ ਹਰ ਨਾਮ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਭਾਵੇਂ ਕੋਈ ਗੰਗਾ ਦੇ ਕੰਢੇ ਤੇ ਘਰ ਬਣਾ ਕੇ ਵੀ ਬਹਿ ਜਾਵੇ ਤੇ ਰੋਜ਼ ਇਸ਼ਨਾਨ ਵੀ ਕਰੇ ਗੰਗਾ ਵਿੱਚ, ਜਿੰਨਾ ਚਿਰ ਨਾਮ ਨਹੀਂ ਜਪਦਾ, ਜਿੰਨਾ ਚਿਰ ਬੰਦਗੀ ਨਹੀਂ ਕਰਦਾ, ਉਹਨਾਂ ਚਿਰ ਛੁਟਕਾਰਾ ਨਹੀਂ ਹੋ ਸਕਦਾ। ਨਹੀਂ ਤੇ ਲੋਕ ਕਹਿੰਦੇ ਸੀ ਵੀ ਕਾਂਸ਼ੀ ਵਿੱਚ ਮਰਨ ਨਾਲ ਹੀ ਮੁਕਤੀ ਹੋ ਜਾਂਦੀ ਹੈ, ਪਰ ਭਗਤ ਕਬੀਰ ਸਾਹਿਬ ਜੀ ਕਾਂਸ਼ੀ ਛੱਡ ਕੇ ਮਗਹਰ ਚਲੇ ਗਏ ਸਨ। ਕਹਿੰਦੇ ਭਾਈ ਨਾਮ ਨਾਲ ਮੁਕਤੀ ਹੁੰਦੀ ਹੈ। ਜੇ ਕੋਈ ਕਾਂਸ਼ੀ ਵਿੱਚ ਵੀ ਰਵੇ, ਤੀਰਥਾਂ ਤੇ ਵੀ ਨਹਾਵੇ, ਜੇ ਔਗਣ ਨਹੀਂ ਛੱਡਦਾ, ਪਾਪ ਨਹੀਂ ਛੱਡਦਾ, ਵਿਕਾਰ ਨਹੀਂ ਛੱਡਦਾ, ਉਹ ਮੁਕਤ ਨਹੀਂ ਹੋ ਸਕਦਾ। ਭਾਵੇਂ ਨਹਾਉਣ ਵਾਸਤੇ ਬਹੁਤੇ ਤੀਰਥ ਆ, ਭਾਵੇਂ ਪੂਜਣ ਵਾਸਤੇ ਬਹੁਤੇ ਦੇਵਤੇ ਆ, ਕਹੋ ਕਬੀਰ ਛੂਟਣ ਨਹੀਂ। ਜਿੰਨਾ ਚਿਰ ਵਿਕਾਰੀ ਮਨੁੱਖ ਵਿਕਾਰ ਛੱਡ ਕੇ ਨਾਮ ਨਹੀਂ ਜਪਦਾ, ਉਹਨਾਂ ਚਿਰ ਉਹ ਛੁੱਟ ਨਹੀਂ ਸਕਦਾ। ਮਨ ਬੌਰਾ ਰੇ। ਇਹ ਮੇਰੇ ਕਮਲੇ ਮਨਾ, ਬੌਰੇ ਮਨਾ ਛੂਟਨ ਹਰ ਕੀ ਸੇਵ। ਤੇ ਛੁਟਕਾਰਾ ਹੋਵੇਗਾ ਹਰੀ ਪਰਮੇਸ਼ਰ ਦੀ ਸੇਵਾ ਦੇ ਨਾਲ।
ਪ੍ਰਭੂ ਦੀ ਸੇਵਾ ਨਾਲ। ਇਸ ਕਰਕੇ ਆਖਿਆ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨੋਂ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਭਾਈ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਸ ਨੇ ਮਨੁੱਖਾਂ ਨੂੰ, ਦੇਵਤਿਆਂ ਨੂੰ, ਦੈਂਤਾਂ ਨੂੰ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਸ ਇੱਕ ਪਰਮੇਸ਼ਰ ਦੀ ਭਗਤੀ ਕਰੋ, ਇੱਕ ਦੇ ਨਾਲ ਜੁੜੋ। ਤਾਂ ਹੀ ਮਹਾਰਾਜ ਨੇ ਆਖਿਆ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਨੂੰ ਜਪ ਜਿਹੜਾ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਸੱਚਾ ਹੈ। ਆਦ ਸੱਚ, ਸ੍ਰਿਸ਼ਟੀ ਰਚ ਦਿੱਤੀ ਫਿਰ ਵੀ ਯੁੱਗਾਂ ਵਿੱਚ ਵੀ ਸੱਚਾ ਹੈ। ਜੁਗਾਦ ਸੱਚ, ਵਰਤਮਾਨ ਕਾਲ ਵਿੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸ ਹਰੀ ਪ੍ਰਭੂ ਦੀ ਸੇਵਾ ਭਗਤੀ ਨਾਲ ਹੀ ਛੁਟਕਾਰਾ ਹੋਵੇਗਾ। ਭਗਤ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਾਂਝੀ ਕਰਦਿਆਂ ਇਸ ਪਵਿੱਤਰ ਸਥਾਨ 'ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਪਰਸਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਪਹਿਲੀ ਵਾਰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ, ਸਮੂਹ ਗੁਰੂ ਕੇ ਸਿੱਖਾਂ ਦਾ ਬਹੁਤ ਬਹੁਤ ਧੰਨਵਾਦ। ਇਸ ਪਵਿੱਤਰ ਸਥਾਨ ਦੇ ਹੈਡ ਗ੍ਰੰਥੀ ਸਾਹਿਬਾਨ ਭਾਈ ਬਚਿੱਤਰ ਸਿੰਘ ਜੀ, ਤਿੰਨਾਂ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਬੁਲਾਈਏ ਜੀ। ਨਾਵਨ ਕਉ ਤੀਰਥ ਘਨੇ ਮਨ ਬਉਰਾਰੇ, ਪੂਜਨ ਕਉ ਬਹੁ ਦੇਵ। ਕਹੋ ਕਬੀਰ ਛੂਟਨ ਨਹੀਂ ਮਨ ਬਉਰਾਰੇ, ਛੂਟਨ ਹਰ ਕੀ ਸੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ